ਟੋਰੋਡੋਂਟਿਜ਼ਮ ਇਨਲਾਰਜਮੈਂਟ ਆਫ ਦ ਬੋਡੀ ਐਂਡ ਪਲਪ ਚੈਂਬਰ ਆਫ ਮਲਟੀ ਰੂਟਡ ਟੂਥ। ਇੱਕ ਟੂਥ ਉਹਦੀਆਂ ਹੈਗੀਆਂ ਨੇ ਕਈ ਰੂਟਾਂ, ਜਿਵੇਂ ਕਿ ਆਪਣੇ ਹੁੰਦੇ ਨੇ ਮੋਲਰ, ਪ੍ਰੀ ਮੋਲਰ ਵਾਂਗੂ, ਕਿਸੇ ਦੀਆਂ 2 ਕਿਸੇ ਦੀਆਂ 3, ਵਿਦ ਐਪੀਕਲ ਡਿਸਪਲੇਸਮੈਂਟ ਆਫ ਦ ਪਲਪਲ ਫਲੋਰ। ਡਿਸਪਲੇਸਮੈਂਟ ਹੋ ਗਈ ਪਲਪਲ ਫਲੋਰ ਦੀ, ਪਲਪਲ ਫਲੋਰ ਹੋ ਗਿਆ ਐਪੀਕਲ ਡਿਸਪਲੇਸਮੈਂਟ, ਮਤਲਬ ਟੁੱਥ ਦਾ ਏਪੈਕਸ ਹੁੰਦਾ ਨਾ ਜਿਹੜਾ ਥੱਲੋਂ ਚੁੰਝ, ਉਹ ਅੱਗੇ ਪਿੱਛੇ ਹੋ ਗਈ। ਐਂਡ ਬਾਈਫਰਕੇਸ਼ਨ ਆਫ ਦ ਰੂਟਸ। ਦੰਦ ਦੀ ਡਾਇਗਰਾਮ ਦੇ ਸਮਝ ਆਉਗੀ ਵੀ ਕੀ ਹੁੰਦਾ ਟੋਰੋਡੋਂਟਿਜ਼ਮ। ਆ ਨੋਰਮਲ ਹੈ ਸਾਈਟੋਡੋਂਟ, ਆ ਮਾਈਲਡ ਹੈ, ਮਤਲਬ ਇਹ 'ਚ ਜਿਹੜਾ ਲਾਲ ਲਾਲ ਹੈ ਪਲਪ ਦੀ ਐਕਸਟਰਾ ਗਰੋਥ ਹੋ ਗਈ। ਜਿਹੜੀ ਰੂਟ ਸੀਗੀ, ਰੂਟ ਦੀ ਗ੍ਰਿਪ ਹੀ ਨਹੀਂ ਰਹਿਣੀ, ਸਾਰਾ ਮੋਟਾ ਹੋ ਜੂਗਾ ਦੰਦ। ਫਿਰ ਮੋਡਰੇਟ ਮੀਜ਼ੋਟੋਰੋਡੋਂਟ, ਫਿਰ ਸੀਵੀਅਰ ਹਾਈਪਰਟੋਰੋਡੋਂਟ। ਹੁਣ ਜਿਵੇਂ ਵੀ ਆਪਾਂ ਕਹੀਏ ਵੀ ਪੇੜ ਦੀਆਂ ਜੜ੍ਹਾਂ ਹੀ ਨਹੀਂ ਰਹੀਆਂ, ਉੱਪਰ ਵੀ ਤਣਾ ਥੱਲੇ ਵੀ ਤਣਾ, ਜੋ ਤਣਾ ਹੀ ਤਣਾ ਫਿਰ ਸਟਰੈਂਥ ਕੌਣ ਦੇਵੇ? ਟੋਰੋਡੋਂਟਿਜ਼ਮ ਇਨਲਾਰਜਮੈਂਟ ਆਫ ਦ ਬੋਡੀ ਐਂਡ ਪਲਪ ਚੈਂਬਰ। ਬੋਡੀ ਕੀ ਹੁੰਦਾ ਜੀ? ਟਰੰਕ ਜਿਹੜਾ ਮੇਨ ਆ, ਜਿਹੜਾ ਵੱਡਾ ਹੋਇਆ ਪਿਆ ਪਲਪ ਚੈਂਬਰ ਕਿੰਨਾ ਵੱਡਾ। ਠੀਕ ਹੈ। ਜਿਹੜਾ ਥੱਲੇ ਹੈ ਬੋਡੀ ਤੇ ਪਲਪ ਚੈਂਬਰ, ਫਰਕ ਕੀ ਹੁੰਦਾ? ਬੋਡੀ ਸਾਰਾ ਹੋ ਗਿਆ ਸਟੈਮ ਲਾਈਕ, ਪਲਪ ਚੈਂਬਰ ਉਹਦੇ ਵਿੱਚ ਅੰਦਰਲਾ ਲਿਵਿੰਗ ਪਾਰਟ। ਠੀਕ ਹੈ, ਇਹ ਬੱਚਿਆਂ 'ਚ ਜ਼ਿਆਦਾ ਹੁੰਦਾ ਨਾ ਪਲਪ ਚੈਂਬਰ। ਅੱਜ ਉਹ ਟੁੱਥ ਜਦੋਂ ਐਕਸਪੋਜ਼ ਕਰ ਰਹੀ ਸੀ, ਕਹਿੰਦੀ ਪਲਪ ਚੈਂਬਰ ਮੈਂ ਇਹਦੀ ਬ੍ਰੇਕ ਕਰੀ ਜਾਂਦੀ ਹਾਂ। EDTA ਦਾ ਕੀ ਫੰਕਸ਼ਨ ਹੁੰਦਾ? ਇਹ ਮੈਂ ਕੁਐਸਚਨ ਐਂਟੀ ਕੋਐਗੂਲੈਂਟ, ਮਤਲਬ ਕੋਐਗੂਲੇਸ਼ਨ ਨਾ ਹੋਵੇ, ਮਤਲਬ ਉੱਥੇ ਬਲੱਡ ਕਲੋਟ ਨਾ ਬਣੇ। ਉਹ ਛੋਟੀ ਸੀ ਨਾ, 25, 30, 35 ਪਿੰਨਾਂ ਦੀਆਂ ਸੀਗੀਆਂ। ਉਹ 'ਤੇ EDTA ਸਰਿੰਜ ਨਾਲ ਗਲਵਸ 'ਤੇ ਹਲਕਾ ਜਿਹਾ ਰੱਖ ਕੇ ਨਾ, ਉਹਨਾਂ ਨੇ ਕਿਹਾ, ਮੈਡਮ ਨੂੰ ਮੈਂ ਪੁੱਛਿਆ, ਮੈਂ ਕਿਹਾ ਮੈਡਮ ਜੀ ਆਹ ਕੀ ਹੁੰਦਾ? ਇੱਕ ਵਾਰ ਉਹਨੇ LA ਕਿਹਾ, ਫਿਰ ਕਹਿੰਦੀ EDTA। ਇਹ ਕਹਿੰਦੀ ਇਹਦੇ ਵਿੱਚ ਪਾਵਾਂਗੇ, ਕਹਿੰਦੀ ਮੈਂ ਤੇ ਪਲਪ ਚੈਂਬਰ ਨੂੰ ਵੱਡਾ ਕਰ ਰਹੀ ਹਾਂ ਤਾਂ ਕਿ ਮੇਰੇ ਆਬਜ਼ਰਵੇਸ਼ਨ ਕਰ ਰਹੀ ਹੋਣੀ, RCT ਹੋ ਰਹੀ ਹੋਣੀ ਉਸ ਬੱਚੇ ਦੀ, ਓਪਨਿੰਗ ਕਰ ਰਹੀ ਸੀ। ਅਸੈਸ ਓਪਨਿੰਗ ਵੀ? ਹਾਂ, ਅਸੈਸ ਕਿੱਥੋਂ ਹੋ ਗਿਆ? LA ਹੋ ਸਕਦਾ ਉਹ 'ਚ। LA ਦਾ ਪਹਿਲਾਂ ਲੱਗ ਜਾਂਦਾ ਹੈਗਾ। LA ਤਾਂ ਇਹਦੇ ਬੱਚੇ ਨੂੰ ਪਤਾ ਨਾ ਕਿ ਟੁੱਥ ਕਿਉਂਕਿ ਵਾਈਟਲ ਤਾਂ ਹੁੰਦਾ ਹੀ ਹੈ ਨਾ ਥੋੜ੍ਹਾ ਬਹੁਤਾ, ਤਾਂ ਕਰਕੇ ਕੋਈ ਪੇਨ ਨਾ ਹੋਵੇ ਉਹਦੇ ਵਾਸਤੇ LA ਦਾ EDTA ਨਹੀਂ ਹੋਣਾ। ਮੈਨੂੰ ਵੀ ਪਤਾ ਨਹੀਂ ਹੋਵੇ, ਪਰ ਜੇ ਬੱਚੇ ਨੂੰ ਪੇਨ ਨਾ ਹੋਵੇ, ਆਪਾਂ ਮੰਨ ਲਓ ਪਹਿਲਾਂ LA ਲਾਤਾ, ਪਰ ਬੱਚੇ ਨੂੰ ਤਾਂ ਹਲਕਾ ਪੇਨ ਸੀਗਾ। ਕੋਈ ਪਸ ਫਾਰਮੇਸ਼ਨ ਹੋਣੀ, ਜਦੋਂ ਉਹਦੇ ਦੱਬਿਆ ਕਰੇ, ਉਹਦੀ ਚੀਜ਼ ਦੀ ਨਿਕਲਿਆ ਕਰੇ, ਹੱਥਾਂ ਨੂੰ ਅਟੈਚ ਕਰ ਲਿਆ ਕਰੇ। ਬੱਚਿਆਂ ਨੂੰ ਡਰਦੇ ਹੁੰਦੇ ਨੇ ਇੱਕ ਤੂੰ RCT ਕਰਾ ਰਿਹਾ ਤੇ ਇੱਕ 4 ਸਾਲ ਦਾ ਜਵਾਕ ਕਰਾ ਰਿਹਾ, ਕੀ ਫਰਕ ਹੈ? ਇਹ ਕੁੜੀ ਹੌਸਲੇ ਸੀਗੀ। ਉਹ ਮੈਂ ਮੰਨਦਾ ਵੀ ਬੱਚੇ ਡਰਦੇ ਨਹੀਂ, ਨਾਲ ਇੱਕ ਜਵਾਕ ਛੋਟਾ ਜਿਹਾ ਰੋਣ ਲੱਗ ਗਿਆ ਸੀਗਾ, ਪਰ ਉਹ ਕੁੜੀ ਜਦੋਂ ਦਰਦ ਹੋਇਆ ਕਰੀ ਇੱਕੋ ਦਮ ਸਖਤ ਜਿਹੀ ਹੋ ਜਾ ਕਰੀ। ਪਲਪ ਚੈਂਬਰ ਆਫ ਮਲਟੀ ਰੂਟਡ ਟੂਥ ਵਿਦ ਐਪੀਕਲ ਡਿਸਪਲੇਸਮੈਂਟ ਆਫ ਦ ਪਲਪਲ ਫਲੋਰ। ਪਲਪ ਦਾ ਫਲੋਰ ਹੈ, ਠੀਕ ਹੈ, ਪਲਪ ਦਾ ਫਲੋਰ ਡਿਸਪਲੇਸ ਕਰ ਗਿਆ ਐਪੀਕਲ ਦੇ ਵੱਲ। ਪਲਪ ਦਾ ਫਲੋਰ ਪਹਿਲਾਂ ਦੇਖੋ ਛੋਟਾ ਜਿਹਾ ਸੀਗਾ, 1 ਸੈਂਟੀਮੀਟਰ ਦੇ ਵਿੱਚ ਹੀ ਵਰਟੀਕਲੀ ਪਲਪ ਸ਼ੁਰੂ ਹੁੰਦਾ ਅਤੇ ਥੱਲੇ ਫਲੋਰ ਆ ਜਾਂਦਾ। ਹੁਣ ਉਹ ਫਲੋਰ ਥੱਲੇ ਨੂੰ ਜਾਈ ਜਾਂਦਾ, ਮਤਲਬ ਪਲਪ ਕੈਵਿਟੀ ਵੱਡੀ ਹੋਈ ਜਾਂਦੀ ਹੈ। ਐਪੀਕਲ ਡਿਸਪਲੇਸਮੈਂਟ ਹੋ ਗਈ ਪਲਪਲ ਫਲੋਰ ਦੀ। ਐਂਡ ਬਾਈਫਰਕੇਸ਼ਨ ਆਫ ਦ ਰੂਟਸ, ਅਤੇ ਰੂਟਸ ਬਾਈਫਰਕੇਟ ਕਰ ਗਈਆਂ, ਮਤਲਬ 2 'ਚ ਟੁੱਟ ਗਈਆਂ। ਦਿਸ ਪੈਟਰਨ ਆਫ ਮੋਲਰ ਫਾਰਮੇਸ਼ਨ ਹੈਜ਼ ਬੀਨ ਫਾਊਂਡ ਇਨ ਐਂਸ਼ੀਐਂਟ ਨੀਐਂਡਰਥਲਜ਼। ਠੀਕ ਹੈ, ਇਹ ਮੋਲਰ ਦਾ ਪੈਟਰਨ ਕਿੱਥੇ ਲੱਭਿਆ ਗਿਆ ਸੀਗਾ? ਪੁਰਾਣੇ ਸੈਮ 'ਚ ਨੀਐਂਡਰਥਲਜ਼ ਦੇ ਵਿੱਚ। ਐਂਡ ਦਾ ਓਵਰਆਲ ਸ਼ੇਪ ਆਫ ਦ ਟੋਰੋਡੰਟ ਰਿਜ਼ੈਂਬਲਸ ਦੈਟ ਆਫ ਦ ਮੋਲਰ ਟੀਥ ਆਫ ਅ ਕੱਡ ਚੂਇੰਗ ਐਨੀਮਲ। ਅੱਛਾ, ਵੀ ਇਹ ਜਿਹੜੀ ਦੰਦ ਦੀ ਸ਼ੇਪ ਹੈ ਇੱਕ ਕੱਡ ਚੂਇੰਗ ਐਨੀਮਲ ਦੇ ਮੋਲਰ ਟੀਥ ਵਰਗੀ ਹੈ। ਠੀਕ ਹੈ ਜੀ, ਕੱਡ CUD ਦੇਖ ਲਾਂਗੇ ਆਪਾਂ, ਕੱਡ ਕੀ ਹੁੰਦਾ ਤੁਹਾਨੂੰ ਪਤਾ? ਕੱਡ CUD, ਕੱਡ ਚੂਇੰਗ ਐਨੀਮਲ। ਇਹਨਾਂ ਨੂੰ ਕਹਿੰਦੇ ਨੇ ਜਿਹੜੇ ਆਹ ਚਾਰਾ ਖਾਂਦੇ ਨੇ। ਅੱਛਾ ਗਾਂ ਦੇ ਮੱਝ ਦੇ ਦੰਦ ਦੇਖੀ ਕਰੇ। ਠੀਕ ਹੈ, ਬੱਕਰੀ ਦੇ ਪਤਾ ਨਹੀਂ, ਬੱਕਰੀ ਦਾ ਨਹੀਂ ਪਤਾ, ਗਾਂ ਦੇ ਦੇਖੀ। ਉੱਠਣੀ ਦਾ ਤਾਂ ਮੈਂ ਦੇਖਿਆ,
ਉੱਠਣੀ ਤਾਂ ਕੀ ਲੈਣਾ ਹੈ ਤੂੰ ਗਾਂ ਦੇ ਦੇਖੀ ਉੱਠਣੀ ਦਾ ਨਾ ਘਰੇ ਪੁਰਾਣੀ ਪੇਟੀ ਪਈ ਸੀ, ਉਹ 'ਚ ਪੋਟਲੀ ਜਿਹੀ 'ਚ ਬੰਨਿਆ ਪਿਆ। ਮੈਂ ਕਿਹਾ ਕੋਈ ਖਜ਼ਾਨਾ ਹੋਊ। ਦੰਦ ਸੀ ਉਸ 'ਚ? ਹਾਂ, ਫਿਰ ਮੈਂ ਮਾਤਾ ਨੂੰ ਪੁੱਛਿਆ, ਮਾਂ ਕੀ ਹੈ? ਕਹਿੰਦੀ ਉੱਠਣੀ ਦਾ ਦੰਦ। ਕਹਿੰਦੀ ਇਹਨੂੰ ਚੰਗਾ ਮੰਨਿਆ ਜਾਂਦਾ ਸੀ ਪੁਰਾਣੇ ਟਾਈਮਾਂ 'ਚ, ਅੱਛਾ, ਤਾਂ ਕਰਕੇ ਸੰਭਾਲ ਕੇ ਰੱਖਿਆ ਹੋਇਆ ਸੀ। ਤਾਂ ਕੱਢ ਚੂਇੰਗ ਐਨੀਮਲ ਨੇ। ਹੁਣ ਗਾਂ ਮੈਂ ਇਸ ਨੇ ਚਾਰਾ ਚਬਾਈ ਜਾਣਾ ਹੈ, ਤਾਂ ਦੰਦ 'ਚ ਜਾਨ ਤਾਂ ਹੋ ਗਈ, ਤਾਂ ਉਹਨਾਂ ਦਾ ਪਲਪ ਹੁੰਦਾ ਜ਼ਿਆਦਾ ਸਾਰਾ। ਕਲੀਨਿਕਲ ਐਂਡ ਰੇਡੀਓਗ੍ਰਾਫਿਕ ਫੀਚਰ। ਕਲੀਨਿਕਲ ਮਤਲਬ ਦਿਖੂਗਾ ਕਿਵੇਂ, ਰੇਡੀਓਗ੍ਰਾਫਿਕ ਮਤਲਬ ਐਕਸਰੇ 'ਚ ਕਿਵੇਂ ਦਿਖੂਗਾ। ਅਫੈਕਟਡ ਟੀਥ ਟੈਂਡ ਟੂ ਬੀ ਰੈਕਟੈਂਗੂਲਰ। ਠੀਕ ਹੈ, ਹੁਣ ਜੇ ਇੱਕ ਤਿੱਖੀ ਚੀਜ਼ ਹੈ ਉਹ ਹੋਊਗੀ ਚੌੜੀ ਰੈਕਟੈਂਗੂਲਰ ਵਰਗੀ। ਐਂਡ ਐਗਜ਼ੀਬਿਟ ਪਲਪ ਚੈਂਬਰ ਵਿਦ ਡਰਾਮੈਟਿਕਲੀ ਇਨਕਰੀਜ਼ਡ ਐਪੀਕੋ ਓਕਲੂਜ਼ਲ ਹਾਈਟ। ਠੀਕ ਹੈ, ਇਹਦੀ ਵਰਟੀਕਲ ਲੈਂਥ ਵੱਧ ਗਈ ਨਾ, ਐਪੀਕੋ ਓਕਲੂਜ਼ਲ ਹਾਈਟ ਵੱਧ ਗਈ। ਐਂਡ ਬਾਈਫਰਕੇਸ਼ਨ ਕਲੋਜ਼ ਟੂ ਦ ਏਪੈਕਸ। ਅਤੇ ਜਿਹੜੀ ਬਾਈਫਰਕੇਸ਼ਨ ਹੁੰਦੀ ਹੈ ਰੂਟ ਦੀ, ਉਹ ਕਿੱਥੇ ਜਾਊਗੀ? ਏਪੈਕਸ ਕੋਲ ਜਾ ਕੇ ਬਾਈਫਰਕੇਸ਼ਨ ਹੋ ਗਈ। ਦ ਡਾਇਗਨੋਸਿਸ ਯੂਜ਼ਲੀ ਇਜ਼ ਮੇਡ ਸਬਜੈਕਟਿਵਲੀ ਫਰੋਮ ਦ ਰੇਡੀਓਗ੍ਰਾਫਿਕ ਅਪੀਅਰੈਂਸ। ਵੀ ਜਿਹੜਾ ਡਾਇਗਨੋਸਿਸ ਹੈ ਇਹ ਸਬਜੈਕਟਿਵਲੀ ਬਣਾਇਆ ਜਾਂਦਾ ਹੈ। ਸਬਜੈਕਟਿਵਲੀ ਮਤਲਬ ਦ ਡਾਇਗਨੋਸਿਸ ਇਜ਼ ਯੂਜ਼ਲੀ ਮਤਲਬ ਮੇਰਾ ਪੁਆਇੰਟ ਆਫ ਵਿਊ ਦੇਖਣ ਦਾ ਉਸ ਪੇਸ਼ੈਂਟ ਨੂੰ ਕੁਝ ਹੋਰ ਹੈ, ਤੇਰਾ ਹੋਰ ਹੈ, ਇਹਦਾ ਕੁਝ ਹੋਰ ਹੈ। ਠੀਕ ਹੈ, ਵੀ ਸਬਜੈਕਟ ਟੂ ਸਬਜੈਕਟ ਚੇਂਜ ਕਰਦਾ ਹੈ। ਠੀਕ ਹੈ, ਤੂੰ ਕਿਸੇ ਹੋਰ ਤਰੀਕੇ ਨਾਲ ਲਏਗਾ, ਮੈਂ ਕਿਸੇ ਹੋਰ ਤਰੀਕੇ ਨਾਲ ਅਪਰੋਚ ਠੀਕ ਹੈ। ਤਾਂ ਇਹਦਾ ਸਬਜੈਕਟਿਵਲੀ ਦ ਡਿਗਰੀ ਆਫ ਟੋਰੋਡੋਂਟਿਜ਼ਮ ਹੈਜ਼ ਬੀਨ ਕਲਾਸੀਫਾਈਡ ਇਨਟੂ ਮਾਈਲਡ। ਘੱਟ ਮੈਂ ਕਿਹਾ ਤੁਸੀਂ ਸੈਟਿੰਗ ਵੀ ਕਰਨਾ। ਅੱਛਾ ਅੱਛਾ, ਟੋਰੋਡੋਂਟਿਜ਼ਮ ਕਹਿੰਦਾ ਮਾਈਲਡ ਵੀ ਹੋ ਸਕਦੀ ਹੈ। ਤਾਂ ਜੇ ਮਾਈਲਡ ਹੋਈ ਤਾਂ ਆਪਾਂ ਕਹਾਂਗੇ ਹਾਈਪੋਟੋਰੋਡੋਂਟਿਜ਼ਮ, ਜੇ ਮੋਡਰੇਟ ਹੋਈ ਤਾਂ ਕਹਾਂਗੇ ਮੀਜ਼ੋਟੋਰੋਡੋਂਟਿਜ਼ਮ, ਅਤੇ ਜੇ ਸੀਵੀਅਰ ਹੋ ਗਈ ਤਾਂ ਕਹਾਂਗੇ ਹਾਈਪਰਟੋਰੋਡੋਂਟਿਜ਼ਮ। ਅਕੋਰਡਿੰਗ ਟੂ ਦ ਡਿਗਰੀ ਆਫ ਐਪੀਕਲ ਡਿਸਪਲੇਸਮੈਂਟ ਆਫ ਦ ਪਲਪਲ ਫਲੋਰ। ਵੀ ਕਿਹਦੇ ਅਕੋਰਡਿੰਗ ਟੂ ਦ ਡਿਗਰੀ ਆਫ ਐਪੀਕਲ ਡਿਸਪਲੇਸਮੈਂਟ, ਵੀ ਏਪੈਕਸ ਨੂੰ ਕਿੰਨਾ ਡਿਸਪਲੇਸ ਕੀਤਾ ਉਹਦੇ ਬੇਸ 'ਤੇ। ਵਿਟਕੋਪ ਐਂਡ ਕਲੀਗਸ ਐਂਡ ਸ਼ਿਫਮੈਨ ਐਂਡ ਚੈਨੇਮਲ ਪ੍ਰੈਜੈਂਟਡ ਯੂਜ਼ਫੁਲ ਬਾਇਓਮੈਟ੍ਰਿਕ ਕ੍ਰਾਈਟੇਰੀਆ ਫॉर द डिटर्मिनेशन ऑफ टोरोडोंटिज्म। आ चार साइंटिस्ट ने विटकॉप, कलीग, शिफमैन ते चनाल, इन्होंने भी एक यूजफुल बायोमैट्रिक क्राइटेरिया दिता यदि डिटर्मिनेशन वास्ते। द रिपोर्ट कंटेन इनफॉर्मेशन दैट इज़ यूजफुल इन एपीडेमियोलॉजिकल स्टडीज़ ऑफ द प्रोसैस। भी जो आप किसी एरिए की एपीडेमियोलॉजिकल स्टडी करना है, स्टडी करना है, तो ये रिपोर्ट अपने लिए फायदेमंद नहीं। सम इन्वेस्टिगेटर इनकलूड एग्जाम्पल ऑफ टोरोडोंटिज्म इज़ प्रीमोलर टीथ। भी कुछ इन्वेस्टिगेटर ने वो एग्जाम्पल काहदे लैंदे ने टोरोडोंटिज्म के प्रीमोलर टीथ दे विच। अदर आर्ग्यू दैट टोरोडोंटिज्म इज़ नॉट शोन बाय प्रीमोलर। कुछ कहते हैं भी प्रीमोलर च टोरोडोंटिज्म होंदी है, कई कहते हैं नहीं होंदी। दिस आर्गूमेंट इज़ अकैडमिक बिकॉज द प्रेजेंस ऑफ टोरोडोंटिज्म इन प्रीमोलर कैन नॉट बी डॉक्यूमेंटेड इन सिटू। इन्वेस्टिगेटर भी वो है अकैडमिक के बेस पर है, कोई कहना होंदी है, कोई कहना नहीं होंदी प्रीमोलर च टोरोडोंटिज्म। इन्वेस्टिगेटर ऑफ टोरोडोंटिज्म इन प्रीमोलर टीथ रिक्वायर द एग्जामिनेशन ऑफ एक्सट्रैक्टेड टीथ बिकॉज द नैसेसरी रेडियोग्राफ इन्वेस्टिगेशन ऑफ टोरोडोंटिज्म। जो आप टोरोडोंटिज्म में इन्वेस्टिगेट करना है इन प्रीमोलर टीथ, किहड़े टीथ दे विच? प्रीमोलर टीथ दे विच require the examination of extracted teeth because the necessary radiography depict the tooth in a mesiodistal orientation। कहता टोरोडोंटिज्म दे इन्वेस्टिगेशन जे करनी है, प्रीमोलर मतलब भी आह दंदां च, एग्जामिनेशन ऑफ एक्सट्रैक्टेड। अच्छा, पहले दंद नूं बाहर कड्डो, जे कड्डे हुए दंद च देख सकते हैं। बिकॉज द नैसेसरी रेडियोग्राफ भी ਜਿਹੜੇ ਜ਼ਰੂਰੀ ਰੇਡੀਓਗ੍ਰਾਫ ਨੇ ਡਿਪਿਕਟ ਦ ਟੁੱਥ ਇਨ ਅ ਮੀਜ਼ੋਡਿਸਟਲ ਓਰੀਐਂਟੇਸ਼ਨ। ਟੋਰੋਡੋਂਟਿਜ਼ਮ ਮੇ ਬੀ ਯੂਨੀਲੇਟਰਲ ਔਰ ਬਾਇਲੇਟਰਲ। ਵੀ ਇੱਕ ਦੰਦ ਦੀ ਇੱਕ ਸਾਈਡ 'ਤੇ ਵੀ ਹੋ ਸਕਦੀ ਹੈ, ਦੋਨੇ ਦੰਦਾਂ 'ਚ ਵੀ ਹੋ ਸਕਦੀ ਹੈ। ਦੰਦ ਦੇ ਇੱਕ ਸਾਈਡ 'ਤੇ ਨਹੀਂ, ਆਰਚ ਦੇ ਕਿਸੇ ਵੀ ਸਾਈਡ 'ਤੇ ਇੱਧਰ ਵੀ ਹੋ ਸਕਦਾ ਹੈ, ਇੱਧਰ ਵੀ ਹੋ ਸਕਦਾ, ਦੋਨੋਂ ਸਾਈਡ ਵੀ ਹੋ ਸਕਦਾ। ਅਤੇ ਦੰਦ ਦੋਨੇ ਸਾਈਡ ਕੇਸ 'ਚ ਸੇਮ ਰਹੂਗਾ ਕਿ ਅਲੱਗ-ਅਲੱਗ ਦੋਨੇ ਕਨਾਈਨ ਜਾਂ ਦੋਨੇ ਸੇਮ ਪ੍ਰੀਮੋਲਰ ਫਸਟ, ਕਿ ਐਂ ਹੋ ਸਕਦਾ ਹੈ ਸੇਮ।
ਤਾਂ ਇਹ ਯੂਨੀਲੇਟਰਲੀ ਹੋ ਸਕਦੀ ਹੈ, ਬਾਈਲੇਟਰਲ ਵੀ, ਐਂਡ ਅਫੈਕਟ ਪਰਮਾਨੈਂਟ ਟੀਥ ਮੋਰ ਫ੍ਰੀਕੁਐਂਟਲੀ। ਜਦੋਂ ਵੀ ਗੱਲ ਹੋ ਗਈ ਯੂਨੀਲੇਟਰਲ ਤੇ ਬਾਇਲੇਟਰਲ, ਉਹਨੇ ਜਾਂ ਤਾਂ ਲੈਫਟ ਸਾਈਡ ਇਫੈਕਟਡ ਹੈ, ਜਾਂ ਦੋਨੋਂ ਸਾਈਡ ਹੈ, ਜਾਂ ਰਾਈਟ ਸਾਈਡ ਹੈ। ਬਾਈਲੇਟਰਲ ਮਤਲਬ ਸ਼ੀਸ਼ਾ, ਤਾਂ ਜੇ ਮਤਲਬ ਇੱਧਰ ਫਸਟ ਕਨਾਈਨ ਹੈ ਤਾਂ ਇੱਧਰ ਵੀ ਫਸਟ ਹੀ ਹੋਊਗਾ। ਆਪੋਜ਼ਿਟ ਆਰਚ ਹੋਊਗਾ, ਡਸਨਟ ਮੈਟਰ ਕਿ ਉਹ ਕਨਾਈਨ ਹੀ ਹੋਵੇ। ਅੱਛਾ, ਇਹ ਹੋ ਸਕਦਾ ਹੈ। ਅੱਛਾ, ਫਿਰ ਵੀ ਆਪਾਂ ਨੂੰ ਬਾਈਲੇਟਰਲ ਕਹਾਂਗੇ ਵੀ ਦੋਨੇ ਉਹ 'ਚ ਆ ਗਿਆ। ਥੋੜੀ ਜਿਹੀ ਉਹ ਪੜ੍ਹ ਲੇਗਾ ਮੈਨੂੰ ਆਏ ਕਿ ਕਿਉਂ ਇਹ ਤਾਂ ਹੁਣ ਨਹੀਂ ਕੋਈ ਨਾ, ਆਈ ਨਾ ਕਹੋ ਤੁਸੀਂ। Taurodontia may be unilateral or there is no sex predilection. Sex predilection. Predilection मानना है? प्रेडिलेक्शन होना। Predilection मानना है? प्रेडिलेक्शन मतलब अनुमान लगाना। अच्छा, भी मेल फीमेल 'ਚ ਤਾਂ ਕੋਈ ਆਏ ਨਹੀਂ ਹੈਗਾ ਵੀ ਬੰਦਿਆਂ 'ਚ ਹੋਊ ਵੱਧ ਹੋ ਜਾਂ ਬੁੜੀਆਂ 'ਚ, ਕੋਈ ਉਹ ਨਹੀਂ ਹੈਗਾ, ਸੈਕਸ ਨਾਲ ਕੋਈ ਚੱਕਰ ਨਹੀਂ। The reported prevalence is highly variable. Reported variable and most likely is related to the different। अनुमान लगाना नहीं कि ਇਹਦਾ ਇਹ ਚਾਂਸਸ ਇਸ ਤੋਂ ਜ਼ਿਆਦਾ ਨੇ, ਜਿਵੇਂ ਸੈਕਸ਼ੂਅਲ ਪ੍ਰੈਡਿਲੈਕਸ਼ਨ ਫॉर ਐਗਜ਼ਾਮਪਲ ਟੋਰੋਡੋਂਟਿਜ਼ਮ ਮੇਲ ਪ੍ਰੈਡਿਲੈਕਸ਼ਨ ਤੇ ਮੇਲਸ ਦੇ ਵਿੱਚ ਜ਼ਿਆਦਾ ਹੁੰਦਾ। ਇਸ ਤਾਂ ਨੋ ਸੈਕਸ ਪ੍ਰੈਡਿਲੈਕਸ਼ਨ ਹੈ ਵੀ ਕੋਈ ਉਹ ਨਹੀਂ ਹੈਗਾ। ਕਿਸੇ ਵੀ ਸੈਕਸ 'ਚ ਪ੍ਰੈਡਿਲੈਕਸ਼ਨ ਨਹੀਂ ਹੈਗੀ, ਇਹ ਕਿਸੇ 'ਚ ਵੀ ਹੋ ਸਕਦਾ। ਹਾਂ, ਸਪੈਸੀਫਿਕ ਨਹੀਂ ਹੈਗਾ ਕੁਝ ਵੀ। ਹਾਂ ਜੀ, ਹਾਂ। ਤੈਨੂੰ ਪ੍ਰੈਡਿਲੈਕਸ਼ਨ ਵਰਡ ਬਾਰ-ਬਾਰ ਹਰ ਥਾਂ ਤੇ ਮਿਲੂਗਾ। ਅੱਛਾ ਜੀ, ਤੈਨੂੰ ਲਿਖਣਾ ਵੀ ਪਊਗਾ ਇਹ ਪੇਪਰ 'ਚ। ਅੱਛਾ, ਤੇ ਕੁਐਸਚਨ ਕਹਿੰਦਾ ਪ੍ਰੈਡਿਲੈਕਸ਼ਨ ਤੇ? ਪ੍ਰੈਡਿਲੈਕਸ਼ਨ ਦਾ ਕੁਐਸਚਨ ਨਹੀਂ ਆਉਂਦਾ। ਅੱਛਾ, ਕੁਝ ਆਨਸਰਸ 'ਚ ਲਿਖਾਂਗੇ ਪ੍ਰੈਡਿਲੈਕਸ਼ਨ। ਤੈਨੂੰ ਫਾਰਮੈਟ ਦੱਸੋ, ਉਹਨੇ ਕੁਐਸਚਨ ਅਟੈਂਪਟ ਕਰਨਾ ਹੈ। The reported prevalence is highly variable and most likely is related to different diagnostic। ਪ੍ਰੈਵਲੈਂਸ ਮਤਲਬ ਚਾਂਸ। ਅੱਛਾ, ਵੀ ਜਿਹੜੇ ਚਾਂਸ ਨੇ ਉਹ ਵੇਰੀਏਬਲ ਨੇ 0.5 ਤੋਂ ਲੈ ਕੇ 40% ਤੱਕ, ਵੀ ਪੂਰਾ ਹੀ ਜ਼ਮੀਨ ਆਸਮਾਨ ਦਾ ਫਰਕ ਹੈ। ਤੇ ਕਿਹਦੇ ਨਾਲ ਇਹ ਚਾਂਸ ਕਿਹਦੇ ਰਿਲੇਟ ਕਿਹਦੇ ਨੇ? ਡਿਫਰੈਂਟ ਡਾਇਗਨੋਸਟਿਕ ਕ੍ਰਾਈਟੇਰੀਆ ਅੱਡ ਅੱਡ। ਹੁਣ ਇਹ ਆਪਾਂ ਪਹਿਲੇ ਹੀ ਕਹੇ ਸੀ ਸਬਜੈਕਟਿਵ ਹੈ, ਤਾਂ ਕੋਈ ਇਹਨੂੰ ਕਿਵੇਂ ਕਹਿੰਦਾ, ਕੋਈ ਕਿਵੇਂ ਕਹਿੰਦਾ, ਤੇ ਰੇਸ਼ੀਅਲ ਵੇਰੀਏਸ਼ਨ ਹੈ। ਠੀਕ ਹੈ, ਹੁਣ ਜਿਵੇਂ ਆਪਾਂ ਤੇ ਮੈਂਸ, ਉਹ ਤਾਂ ਸਪੀਸੀਜ਼ ਅੱਡ ਅੱਡ ਹੋ ਗਈਆਂ। ਹੁਣ ਜਿਹੜੇ ਨੌਨ ਵੈਜ ਵੱਧ ਖਾਂਦੇ ਨੇ ਜਾਂ ਵੈਜ ਵੱਧ ਖਾਂਦੇ ਨੇ, ਉਹਨਾਂ ਦੇ ਤੇ ਮੇਰੇ ਵੈਜ ਨੌਨ ਵੈਜ ਵਾਲਿਆਂ ਦੇ ਦੰਦਾਂ 'ਚ ਫਰਕ ਹੋਊਗਾ। ਕਿਉਂ? ਉਹਨਾਂ ਦੇ ਕਈਆਂ ਦੇ ਦੰਦ ਹੋਣਗੇ ਮਜ਼ਬੂਤ, ਕਈਆਂ ਦੇ ਘੱਟ, ਤਾਂ ਜਿਨ੍ਹਾਂ ਦੇ ਜ਼ਿਆਦਾ ਮਜ਼ਬੂਤ ਹੋਣਗੇ ਸ਼ਾਇਦ ਉਹਨਾਂ 'ਚ ਪਲਪ ਜ਼ਿਆਦਾ ਹੋਊਗਾ, ਤਾਂ ਇਹ ਫਰਕ ਪੈ ਜਾਂਦਾ ਹੁੰਦਾ। ਜਿਵੇਂ ਜਿਹੜੇ ਕਾਲੇ ਜਿਹੇ ਹੁੰਦੇ ਨੇ, ਕਾਲੇ ਹੁੰਦੇ ਨੇ ਅਫਰੀਕਾ ਵਾਲੇ, ਉਹਨਾਂ ਦੇ ਦੰਦ ਚੌੜੇ ਚੌੜੇ ਹੁੰਦੇ ਨੇ, ਉਹਨਾਂ 'ਚ ਫਿਰ ਪਲਪ ਜ਼ਿਆਦਾ ਹੋਊਗਾ, ਤਾਂ ਉਹ ਰੇਸ਼ੀਅਲ ਵੇਰੀਏਸ਼ਨ ਹੋ ਗਿਆ। In the US, most reporter indicate a prevalence of 2.5% to 3.2% of the population। ਵੀ US ਦੇ ਵਿੱਚ prevalence ਹੈ, ਮਤਲਬ ਚਾਂਸ ਹੈ 2.5 ਤੋਂ 3.5% ਪਾਪੂਲੇਸ਼ਨ ਦਾ। ਵੀ ਅਮਰੀਕਾ ਦੀ ਪਾਪੂਲੇਸ਼ਨ 'ਚ 2.5 ਤੋਂ 3% ਤੱਕ ਇਹ ਲੋਕਾਂ 'ਚ ਪਾਇਆ ਜਾਂਦਾ ਹੈ। Some investigator believe the alteration is more of variation of normal rather than a definitive pathological anomaly। ਕਈ ਕਹਿੰਦੇ ਨੇ ਵੀ ਕਿਸੇ ਨੂੰ ਪ੍ਰੋਪਰ ਟੋਰੋਡੋਂਟ ਨਹੀਂ ਹੁੰਦਾ, ਪਰ 19-21 ਮਾੜਾ ਮੋਟਾ ਹੋ ਜਾਂਦਾ ਹੈ, ਵੀ ਪਹਿਲੀ ਹਲਕਾ ਜਿਹਾ। Some investigator believe the alteration is more of variation of normal rather than a definitive pathological anomaly। ਆਹ ਲਾਉਂਦਾ ਹੈ, ਆਹੀ ਮਤਲਬ ਬਣਿਆ ਨਾ। ਪਹਿਲਾਂ ਮੈਂ ਮਤਲਬ ਦੱਸਾਂ ਕਿ ਲਾਈਨ? Some investigator believe the alteration is more of a variation of normal rather than a definitive pathologic anomaly। ਮਤਲਬ ਕਹਿੰਦੇ ਡੈਫੀਨੇਟ ਚੀਜ਼ ਹੋਣ ਦੇ ਨਾਲੋਂ ਵੀ ਵੇਰੀਏਸ਼ਨਸ ਹਰ ਚੀਜ਼ 'ਚ ਮਿਲਦੇ ਹੀ ਮਿਲਦੇ ਨੇ। ਇਹਦਾ ਰਫਲੀ ਜਾ ਮਤਲਬ ਹੈ। ਹੁਣ ਦੱਸ ਕਿੱਥੇ ਲੈ? Some investigators believe that alteration is more of variation of normal rather than definite pathology and ਵੀ ਪ੍ਰੋਪਰ ਹੋਵੇ ਨਾ ਹੋਵੇ, ਪਰ ਫਿਰ ਵੀ ਮਾੜਾ ਮੋਟਾ ਕਿਸੇ 'ਚ ਟੋਰੋਡੋਂਟ ਹੋ ਜਾਂਦਾ ਹੈ। ਐਬਨੋਰਮਲ ਤਾਂ ਹਰ ਚੀਜ਼ ਮਿਲੂਗੀ। ਹਾਂ, 19 ਤਾਂ ਹੁਣ ਆਈਡੀਅਲ ਡਾਇਮੈਂਸ਼ਨ ਆਪਾਂ ਜਿੰਨੀ ਵੀ ਬਣਾਉਂਦੇ ਹਾਂ, ਫॉर ਐਗਜ਼ਾਮਪਲ ਆਈਡੀਅਲ, ਠੀਕ ਹੈ, ਆਪਣਾ ਉਨਾ ਜ਼ਰੂਰੀ ਥੋੜ੍ਹੀ ਹੁੰਦਾ ਵੀ ਉਨੀ ਹੁੰਦੀ ਹੈ ਰੂਟ ਲੈਂਥ, ਜਾਂ ਜਿਵੇਂ ਛੋਟੀਆਂ ਵੀ ਹੁੰਦੀਆਂ ਵੱਡੀਆਂ ਵੀ ਹੁੰਦੀਆਂ। ਠੀਕ ਹੈ, ਸਭ ਤੋਂ ਵੱਡੀ ਗੱਲ ਹੁਣ ਹੋਰ ਐਗਜ਼ਾਮਪਲ ਦਵਾਂ ਵੇਰੀਏਸ਼ਨ ਦੀ, ਡੈਂਚਰ ਹੋਰ ਵੇਰੀਏਸ਼ਨ ਬਣਾ ਰਹੀ ਸੀ। ਬੀਪੀ ਹਾਰਟ ਰੇਟ
ਆਈਡੀਅਲ ਕਾਸਟ ਆਪਾਂ ਦੇਖਾ ਕੋਡ ਕਰਦੇ ਆ ਡੈਂਚਰ ਵਗੈਰਾ, ਪਰ ਆਪਣੇ ਅਸਲ ਦੇ ਵਿੱਚ ਦੰਦ ਇੰਨੇ ਅਲਾਈਨਡ ਤਾਂ ਕਦੇ ਵੀ ਨਹੀਂ ਹੁੰਦੇ, ਵੇਰੀਏਸ਼ਨ ਹੁੰਦੀਆਂ ਨੇ। ਤਾਂ ਉਹ ਇਹੀ ਕਹਿਣਾ ਚਾਹੁੰਦਾ ਵੀ ਭਾਈ ਪ੍ਰੋਪਰ ਹੋਵੇ ਨਾ ਹੋਵੇ ਟੋਰੋਡੋਂਟਿਜ਼ਮ ਮਾੜਾ ਮੋਟਾ ਹਰ ਇੱਕ ਨੂੰ ਹੁੰਦਾ ਹੀ ਹੈ, ਹਰ ਇੱਕ ਦਾ ਹੀ ਪਲਪ ਥੋੜ੍ਹਾ ਮੋਟਾ ਵੱਡਾ ਛੋਟਾ ਹੁੰਦਾ ਹੀ ਰਹਿੰਦਾ। ਦ ਪ੍ਰੋਸੈਸ ਓਪਨ ਡੈਮੋਸਟ੍ਰੇਟ ਅ ਫੀਲਡ ਅਫੈਕਟ ਵਿਦ ਦ ਇਨਵੋਲਵਮੈਂਟ ਆਫ ਆਲ ਮੋਲਰ। ਕਹਿੰਦਾ ਜਿਹੜਾ ਪ੍ਰੋਸੈਸ ਹੈ ਓਪਨ ਡੈਮੋਸਟ੍ਰੇਟ ਅ ਫੀਲਡ ਅਫੈਕਟ ਵਿਦ ਇਨਵੋਲਵਮੈਂਟ, ਮਤਲਬ ਫੀਲਡ ਇਫੈਕਟ ਹੈ ਵੀ ਮਤਲਬ ਆਏ ਨਹੀਂ ਹੈਗਾ ਵੀ ਇਹ ਇੱਕ ਦੰਦ 'ਚ ਹੀ ਹੋ ਜੂਗਾ, ਲਗਭਗ ਸਾਰੇ ਦੰਦਾਂ 'ਚ ਹੀ ਹੋ ਜਾਂਦਾ, ਸਾਰੇ ਮੋਲਰਾਂ 'ਚ ਹੀ। When this occurs, the first molar is usually affected least with increasing severity noted in the second and third molar respectively। ਜਦੋਂ ਇਹ ਹੁੰਦਾ ਠੀਕ ਹੈ ਨਾ, ਆਪਣੇ ਤੀਜੇ ਮੋਲਰ ਨੇ ਸਭ ਤੋਂ ਵੱਧ ਜ਼ੋਰ ਲਾਣਾ ਹੈ ਖਾਣਾ ਚਬਾਉਣ 'ਚ, ਤਾਂ ਤੀਜੇ ਮੋਲਰ ਦਾ ਪਲਪ ਸਭ ਤੋਂ ਵੱਡਾ ਹੋ ਜੂਗਾ। ਤਾਂ ਪਹਿਲੇ ਤੋਂ ਤੀਜੇ ਤੱਕ ਦੰਦ ਦਾ ਮੋਲਰ ਨੰਬਰ ਵੀ ਵਧੀ ਜਾਂਦਾ ਹੈ ਅਤੇ ਟੋਰੋਡੋਂਟਿਜ਼ਮ ਦੀ ਸਿਵੈਰਿਟੀ ਵੀ ਵਧੀ ਜਾਂਦੀ ਹੈ। ਟੋਰੋਡੋਂਟਿਜ਼ਮ ਮੇ ਅਕਰ ਐਜ਼ ਐਨ ਆਈਸੋਲੇਟਡ ਟਰੇਟ, ਇਹ ਇੱਕ ਆਈਸੋਲੇਟਡ ਟਰੇਟ ਹੈ ਔਰ ਐਜ ਏ ਕੰਪੋਨੈਂਟ ਆਫ ਵੇਰੀਅਸ ਸਿੰਡਰਮ। ਜਿਵੇਂ ਆਪਾਂ ਪਿੱਛੇ ਪੜ੍ਹੇ ਸੀਗੇ ਸਿੰਡਰਮ, ਤਾਂ ਇਹ ਕਈ ਸਿੰਡਰਮ ਦਾ ਵੀ ਕੰਪੋਨੈਂਟ ਹੈਗਾ ਹੈ। ਐਨ ਇਨਕਰੀਜ਼ਡ ਫਰੀਕੁਐਂਸੀ ਆਫ ਟੋਰੋਡੋਂਟਿਜ਼ਮ ਹੈਜ਼ ਬੀਨ ਰਿਪੋਰਟਡ ਇਨ ਪੇਸ਼ੈਂਟ ਵਿਦ ਹਾਈਪੋਡੋਂਚੀਆ। ਵੀ ਟੋਰੋਡੋਂਟਿਜ਼ਮ ਕਿੰਨਾ 'ਚ ਦੇਖਿਆ ਜਾਂਦਾ ਹੈ, ਉਹਨਾਂ ਪੇਸ਼ੈਂਟ ਦੇ ਵਿੱਚ ਜਿਨ੍ਹਾਂ 'ਚ ਹਾਈਪੋਡੋਂਟੀਆ ਹੁੰਦਾ। ਹੁਣ ਮੰਨ ਲਓ ਕਿਸੇ ਦੇ ਦੰਦ ਹੈਗੇ ਨੇ 10 ਦੀ ਥਾਂ 'ਤੇ 4, ਤਾਂ ਜਿਹੜੇ ਬਾਕੀ 6 ਦੰਦਾਂ ਦਾ ਕੰਮ ਆ ਉਹ 4 ਦੰਦਾਂ ਨੂੰ ਕਰਨਾ ਪਊਗਾ, ਤਾਂ ਉਹਨਾਂ 'ਚ ਜਾਨ ਹੋਣੀ ਚਾਹੀਦੀ ਹੈ ਵੱਧ। ਤਾਂ ਉਹਨਾਂ 'ਚ ਵੱਧ ਜਾਣ ਵਾਸਤੇ ਕੀ ਕਰਨਾ ਪਊਗਾ, ਉਹਨਾਂ ਦੇ ਪਲਪ ਨੂੰ ਵਧਾਉਣਾ ਪਊਗਾ ਵੀ ਉਹਨਾਂ ਨੂੰ ਬਲੱਡ ਸਪਲਾਈ ਵਗੈਰਾ ਵੱਧ ਜਾਵੇ, ਤਾਂ ਉਹਨਾਂ 'ਚੋਂ 4 ਦੰਦਾਂ ਕਰਕੇ ਟੋਰੋਡੋਂਟਿਜ਼ਮ ਹੋ ਜੂਗੀ। ਤਾਂ ਹਾਈਪੋਡੋਂਚੀਆ, ਕਲੈਫਟ ਲਿਪ, ਕਿਸੇ ਦਾ ਬੁੱਲ ਕਟਿਆ ਹੋਇਆ ਉਹ 'ਚ ਕਲੈਫਟ ਪੈਲੇਟ। ਬੁੱਲ ਕਟਿਆ ਹੋਇਆ यूं ही भाई टाइम पास के लिए, मन नहीं कर रहा था पढ़ने का। हेलो गाइस, मैं आपको पढ़ाने वाला हूँ। ਇਹ ਵੀ ਪੜਾਉਣ ਲੱਗ ਗਿਆ ਨਾ, ਪਾਸ ਨਹੀਂ ਹੋਣਾ ਮੈਨੂੰ ਇਹਨੂੰ ਐਂ ਪੜ੍ਹਦੇ ਦੇਖ ਕੇ ਮੈਨੂੰ ਸ਼ੱਕ ਹੋ ਜਾਂਦਾ ਕਿ ਪਾਸ ਹੋ ਜੂਗਾ ਥੋੜੀ ਜਿਹੀ। अरे भैया मेरी बात कर रहे हैं, तू तो भरावा पेपर तो एक दिन पहले ना हम तो पढ़ रहे हैं, मैं बायोकेम कर रहा हूँ। ਵਧੀਆ ਗੱਲ ਹੈ। पढ़ना है, एक बार पढ़ लिए ना बढ़िया पास हो जाएंगे पेपर। कर दे मेरा कॉन्फिडेंस कर दे, फिर 8 तो 10 कर दूँगा। ਨਾਲਾ ਟੱਪ ਜਾਣਗੇ। एक बार गरारी जे अड़की फिर अड़ जाएंगे। ਬੰਦਾ ਜਿਹੜਾ पैर नहीं, पैर पछा पट दे। ਕਲੈਫਟ ਲਿਪ, ਕਲੈਫਟ ਫਿਰ ਕੀ ਕਹਿੰਦੇ ਸੀ, ਕਲੈਫਟ ਲਿਪ ਮਾਨੇ ਬੁੱਲ ਕਟਿਆ ਨਹੀਂ, ਫਿਰ ਕੀ ਹੁੰਦਾ ਇਹ? ਨੋਰਮਲ ਫੇਸ ਦੀ ਡਿਵੈਲਪਮੈਂਟ ਕਰੀ ਪੜੀ ਸੀਗੇ ਛੋਟੇ ਪੜੀ ਸੀਗੀ, ਉਹ ਬੁੱਲ ਜੇ ਬਣਾਏ ਸੀਗੇ, ਨੱਕ ਜੇ ਬਣਾਏ ਸੀਗੇ ਗੋਲ ਗੋਲ ਜੀ। ਫਿਰ ਉਹਦੇ ਵਿੱਚ ਜਦੋਂ ਫਾਲਟੀ ਯੂਨੀਅਨ ਹੁੰਦੀ ਹੈ, ਮਤਲਬ ਇਹ ਚੀਜ਼ ਐਂ ਜੁੜਨੀ ਚਾਹੀਦੀ ਸੀ, ਇਹ ਜੁੜੀ ਨਹੀਂ ਹੈ ਕਿ ਇੱਥੇ ਐਂ ਆ ਕੇ ਰੁਕ ਗਈ, ਤਾਂ ਆਹ ਵਿੱਚੋਂ ਗੈਪ ਰਹਿ ਗਿਆ ਨਾ, ਉਹ ਕਲੈਫਟ ਕਹਿੰਦੇ ਨੇ। ਤੇ ਇਹਦਾ ਨੁਕਸਾਨ ਕੀ ਹੈ ਵੀ ਰੋਟੀ ਬਾਹਰ ਨਿਕਲੂਗੀ ਖਾਂਦੇ ਹੋਏ। ਕਲੈਫਟ ਲਿਪ ਹੈ, ਸਾਰਾ ਮੇਰਾ ਜੁੜਿਆ ਨਹੀਂ ਹੋਇਆ। ਕਲੈਫਟ ਪੈਲੇਟ ਹੈ, ਪੈਲੇਟ ਦਾ ਫੰਕਸ਼ਨ ਕੀ ਹੁੰਦਾ ਹੈਗਾ? ਸੌਫਟ ਕਿ ਹਾਰਡ? ਹਾਰਡ ਹੀ ਹੁੰਦਾ ਸ਼ਾਇਦ। ਪੈਲੇਟ ਓਵਰਆਲ ਪੈਲੇਟ ਲਾ ਲਿਆ। ਉਹਦਾ ਕੰਮ ਤਾਂ ਉਹੀ ਹੈ, ਸਪੀਕਿੰਗ, ਸਵੈਲਵਿੰਗ। ਅੱਛਾ, ਫਿਰ ਟੰਗ ਦਾ ਕੀ ਕੰਮ ਕਰਦੀ ਹੈ? ਫਿਰ ਟੰਗ ਤਾਂ ਕਹੂਗੀ ਮੈਂ ਤਾਂ ਬਸ ਉਹਨੂੰ ਅਗਰ ਇੱਥੋਂ ਨਹੀਂ, ਪੈਲੇਟ ਸਪੀਚ 'ਚ ਹੈਲਪ ਕਰਦਾ ਹੈ। ਮੇਨ ਫੰਕਸ਼ਨ ਕੀ ਹੈ ਪੈਲੇਟ? ਸਵੈਲਿੰਗ। ਸਵੈਲਿੰਗ ਉਹ ਤਾਂ ਸੱਚ ਰੁਗੇ ਦਾ, ਸਵੈਲਵਿੰਗ ਤਾਂ। ਪੈਲੇਟ ਦਾ ਕੀ ਹੋਇਆ? ਮੇਨ ਫੰਕਸ਼ਨ ਪੈਲੇਟ ਦਾ ਕੀ ਹੈ? ਓਰਲ ਕੈਵਿਟੀ ਦੀ ਇੱਕ ਉਹ ਹੈ, ਵਾਲ ਹੈ। ਉਹ ਹੈ, ਇਹ ਹੈ, ਉਹ ਹੈ। ਪੈਲੇਟ ਦਾ ਵੀ ਕੰਮ। ਕੈਵਿਟੀ ਤੇ ਓਰਲ ਕੈਵਿਟੀ ਨੂੰ ਹਾਂ ਵੱਖਰਾ ਕਰਦਾ ਹੈ। ਜੇ ਤੂੰ ਰੋਟੀਆਂ ਖਾਏਗਾ ਤੇਰੇ ਨੱਕ 'ਚ ਰੋਟੀਆਂ ਨਿਕਲਣਗੀਆਂ। ਹਾਂ 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 ਹਾਂ। ਤਾਂ ਫਿਰ ਜੇ ਕਲੈਫਟ ਪੈਲੇਟ ਹੋਊਗਾ, ਪੈਲੇਟ ਤੇ ਤਾਂ ਉਹਦੇ ਵਿੱਚ ਜਗ੍ਹਾ ਹੋਊਗੀ, ਉਹਨੂੰ ਕਲੈਫਟ ਲਿਪ, ਕਲੈਫਟ ਪੈਲੇਟ ਪੜ੍ਹੇਗਾ ਤਾਂ ਕੋਈ ਨਾ ਸਰਜਰੀ 'ਚ ਆਏਗਾ। ਕਲੈਫਟ ਪੈਲੇਟ ਸੌਫਟ ਪੈਲੇਟ ਹੁੰਦਾ ਕਿ ਹਾਰਡ? ਸੌਫਟ 'ਚ, ਹਾਰਡ 'ਚ ਹੀ ਹੋਊਗਾ। ਉਹਨਾਂ ਦਾ ਹੁੰਦਾ। ਸੌਫਟ 'ਚ ਵੀ ਹੋ ਜਾਊਗਾ। ਹਾਂ, ਕਮਾਲ ਹੈ, ਵੈਰੀ ਗੁੱਡ। ਤਾਂ ਗਾਇਸ ਪੜ੍ਹਾਊਗੀ ਮੈਡਮ ਨੂੰ ਕਿ ਕਲੈਫਟ ਲਿਪ ਸਾਡੇ 15 ਨੰਬਰ ਦਾ ਕੁਐਸਚਨ ਆਇਆ ਸੀ ਸਾਡੇ ਪੇਪਰ 'ਚ, ਪੜ੍ਹਨੀ ਚੰਗੀ ਤਰ੍ਹਾਂ। ਕਲੈਫਟ ਲਿਪ 'ਚ ਰੋਟੀ ਬਾਹਰ ਡਿੱਗੀ ਹੈ ਕਿ ਨਾ?
ਲਿਪ ਦਾ ਨਹੀਂ ਪਤਾ। ਓਕੇ, ਤਾਂ ਇਹ ਕੇਸਾਂ 'ਚ ਕੀ ਹੈ ਵੀ ਰੋਟੀ ਬਾਹਰ ਡਿੱਗ ਗਈ ਕਲੈਫਟ ਲਿਪ 'ਚ ਮੰਨ ਲਓ। ਸਰਦਾਰ ਦਾ ਨਹੀਂ ਹੈਗਾ ਛੋਟੀ ਜਿਹੀ ਹਾਈਟ ਦਾ, ਕੌਣ? ਇੱਕ ਛੋਟੀ ਜਿਹੀ ਹਾਈਟ ਦਾ ਹਾਂ। ਸਰਦਾਰ ਹੈ, ਉਹਦਾ ਕਲੈਫਟ ਲਿਪ ਸੀਗਾ, ਯੂਨੀਲੇਟਰਲ ਹੈਗਾ ਹੈ। ਉਹਨੇ ਸੀਗਾ, ਉਹਨਾਂ ਨੇ ਟ੍ਰੀਟਮੈਂਟ ਕਰਾ ਲਿਆ। ਪੱਕੇ ਰੰਗ ਦਾ ਹੈ, ਤੈਨੂੰ ਦਿਖਾਉਂਗਾ ਖਾਲਸੇ ਦੀ ਉਹ ਬਣਦਾ ਹੈ ਪੱਗ ਜੀ। 5ਵਾਂ ਫਲੋਰ ਤੇ ਰਹਿੰਦਾ ਉਹ। ਬੋਲਣ 'ਚ ਉਹਦੇ ਥੋੜ੍ਹਾ ਉਹ ਹੈ ਫਰਕ ਹੈ। ਦੇਸੀ ਘਿਓ ਲਿਆਂਦਾ ਰੋਟੀ ਵੇਲੇ। ਕੋਈ ਪੜ੍ਹ ਲਓ ਇਨਵੈਸਟੀਗੇਟ ਨਹੀਂ ਕੱਢਣੀ ਉਹਦੇ ਇਨਵੈਸਟੀਗੇਟਰਸ਼ਨ ਹੈਵ ਸ਼ੋਨ ਦੈਟ ਟੋਰੋਡੋਂਟਿਜ਼ਮ ਮੇ ਡਿਵੈਲਪ। ਇਹ ਤਿੰਨਾਂ ਕੇਸਾਂ 'ਚ ਕੀ ਹੈ, ਰੋਟੀ ਬਾਹਰ ਡਿੱਗ ਗਈ, ਜੇ ਰੋਟੀ ਤਾਂ ਨੂੰ ਚੜ ਗਈ ਫਿਰ ਥੱਲੇ ਨੂੰ ਆ ਗਈ, ਜਾਂ ਦੰਦ ਘੱਟ ਨੇ, ਮਤਲਬ ਦੰਦਾਂ ਨੂੰ ਜ਼ੋਰ ਵੱਧ ਲਾਉਣਾ ਪਊਗਾ, ਤਾਂ ਕਰਕੇ ਹੋ ਗਈ ਟੋਰੋਡੋਂਟਿਜ਼ਮ। ਇਨਵੈਸਟੀਗੇਟਰ ਹੈਵ ਸ਼ੋਨ ਦੈਟ ਟੋਰੋਡੋਂਟਿਜ਼ਮ ਮੇ ਡਿਵੈਲਪ ਇਨ ਦ ਪ੍ਰੈਜ਼ੈਂਸ ਆਫ ਐਨੀ ਵਨ ਆਫ ਦ ਲਾਰਜ ਨੰਬਰ ਆਫ ਡਿਫਰੈਂਟ ਜੈਨੇਟਿਕ ਆਲਟਰੇਸ਼ਨ। ਕਹਿੰਦਾ ਆਏ ਨਹੀਂ ਹੈਗਾ ਵੀ ਆਹੀ ਤਿੰਨ ਕੇਸਾਂ 'ਚ ਹੋਊਗਾ, ਕੋਈ ਵੀ ਵੱਡੀ ਜੈਨੇਟਿਕ ਦਿੱਕਤ ਆ ਗਈ ਤਾਂ ਟੋਰੋਡੋਂਟਿਜ਼ਮ ਹੋ ਜਾਊਗਾ। ਕੁੱਲ ਮਿਲਾ ਕੇ ਸਾਰਾ ਕੁਝ ਹਿੱਲ ਗਿਆ ਤਾਂ ਦੰਦ ਵੀ ਹਿੱਲ ਗਏ। These findings suggest that chromosomal abnormalities may disrupt the development of tooth form and that torodontism is not the result of a specific genetic abnormality। ਇਹਦਾ ਮਤਲਬ ਇਹ ਹੈ ਵੀ ਕੋਈ ਕ੍ਰੋਮੋਸੋਮ ਦੇ ਵਿੱਚ ਅਬਨੋਰਮੈਲਿਟੀ ਹੋ ਗਈ, ਉਹ ਟੁੱਥ ਦੀ ਜਿਹੜੀ ਡਿਵੈਲਪਮੈਂਟ ਦੀ ਫਾਰਮ ਹੈ ਉਹਨੂੰ ਡਿਸਰਪਟ ਕਰ ਦੂਗੀ, ਵੀ ਜਿੱਥੇ ਪਲਪ ਨੇ ਰੁਕ ਜਾਣਾ ਸੀਗਾ ਬਣ ਕੇ ਉੱਥੇ ਰੁਕਣਾ ਨਹੀਂ, ਉਹ ਹੋਰ ਵਧੀ ਜਾਊਗਾ। ਅਤੇ ਇਹ ਕੋਈ ਆਈ ਨਹੀਂ ਹੈਗਾ ਵੀ ਟੋਰੋਡੋਂਟਿਜ਼ਮ ਇੱਕ ਸਪੈਸੀਫਿਕ ਜੈਨੇਟਿਕ ਅਬਨੋਰਮੈਲਿਟੀ ਨਹੀਂ ਹੈਗੀ, ਜਾਂ ਵੀ ਉਹਦੇ ਕਰਕੇ ਨਹੀਂ ਹੁੰਦਾ। ਕਿਸੇ ਵੀ ਕ੍ਰੋਮੋਸੋਮਲ ਅਬਨੋਰਮੈਲਿਟੀ ਕਰਕੇ ਟੋਰੋਡੋਂਟਿਜ਼ਮ ਹੋ ਸਕਦੀ ਹੈ। ਇਹ ਕੋਈ ਆਈ ਨਹੀਂ ਹੈਗਾ ਵੀ ਭਾਈ ਫਲਾਣੇ ਕਰਕੇ ਹੀ ਹੋਊਗਾ। ਹੁਣ ਇਹਦਾ ਅੱਗੇ ਟਰੀਟਮੈਂਟ, ਇਹਦਾ ਇਲਾਜ ਕੀ ਹੈ? ਪੇਸ਼ੈਂਟ ਵਿਦ ਟੋਰੋਡੋਂਟਿਜ਼ਮ ਰਿਕੁਆਇਰ ਨੋ ਸਪੈਸੀਫਿਕ ਥੈਰੇਪੀ। ਇਹਨਾਂ ਨੂੰ ਕੋਈ ਥੈਰੇਪੀ ਵੀ ਨਹੀਂ ਚਾਹੀਦੀ, ਕੋਈ ਥੈਰੇਪੀ ਨਹੀਂ ਹੈਗੀ ਇਹਦੀ। ਕੋਰੋਨਲ ਐਕਸਟੈਂਸ਼ਨ ਆਫ ਦ ਪਲਪ ਇਜ਼ ਨੋਟ ਸੀਨ। ਕੋਰੋਨਲ ਐਕਸਟੈਂਸ਼ਨ ਆਫ ਦ ਪਲਪ ਹੋ ਗਿਆ ਥੱਲੇ ਵਾਲਾ, ਕੋਰੋਨਲ ਕਿਹਨੂੰ ਕਹਿੰਦੇ ਨੇ? ਇੱਕ ਮਿੰਟ ਆਪਾਂ ਸੋਚੀਏ। Therefore, the process does not interfere with the routine restorative procedure। ਅੱਛਾ, ਟਰਮਸ ਨਹੀਂ ਪਤਾ, ਕੋਰੋਨਲ ਅਕਲੂਜਨ ਨੂੰ ਕਹਿੰਦੇ ਨੇ ਸ਼ਾਇਦ। ਥੱਪੜ ਮਾਰਾ ਉਹਦੇ, ਸਾਨੂੰ ਬੇਸਿਕ ਨਹੀਂ ਪਤਾ। ਕੋਰੋਨਲ ਤੇ ਫਸਟ ਈਅਰ ਦਾ ਵਰਡ ਹੈ। ਆਰਨ ਨੂੰ ਪੁੱਛੂਗਾ, ਉਹ ਵੀ ਦੱਸ ਦੇਗਾ ਵੀ ਕੋਰੋਨਲ ਤੇ ਰੈਡੀਕੂਲਰ ਚੀਜ਼ ਕੀ ਹੁੰਦੀ ਹੈ। ਕੋਰੋਨਲ ਉੱਪਰ ਵਾਲਾ, ਰੈਡੀਕੂਲਰ ਮਤਲਬ ਰੂਟ, ਮਤਲਬ ਉੱਪਰ ਵਾਲਾ ਕੀ ਹੁੰਦਾ? ਉੱਪਰ ਵਾਲਾ ਕਰਾਊਨ ਟਾਈਪ ਲਾ ਲਓ ਸਾਰੇ। ਟਾਈਪ ਥੋੜਾ ਮੋਟਾ ਕਰਾਊਨ ਅੰਦਰ ਵੀ ਹੁੰਦਾ ਨਾ ਦੰਦ ਦੇ। ਅੱਛਾ, ਦੰਦ ਦੇ ਅੰਦਰ ਹੁੰਦਾ? ਕਿਹਦੇ ਅੰਦਰ ਹੁੰਦਾ? ਕੀ ਕੀ ਹੁੰਦਾ? ਇਹਨੂੰ ਕੀ ਕਹਿੰਦੇ ਨੇ? ਐਲਵੀਓਲਰ ਆਰਚ ਦੇ ਥੱਲੇ ਮਾੜਾ ਜਿਹਾ ਹੁੰਦਾ। ਫਿਰ ਅੱਛਾ ਠੀਕ ਹੈ, ਚੱਲ ਮੈਂ ਮੰਨ ਲਿਆ ਹੁੰਦਾ ਅੰਦਰ, ਠੀਕ ਹੈ, ਤੇਰਾ ਸਹੀ ਹੈ। ਉਹਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਕੀ ਟਰਮ ਹੁੰਦੀਆਂ ਨੇ? ਨਹੀਂ ਬਸ ਠੀਕ ਹੈ, ਕੋਰੋਨਲ ਮਤਲਬ ਬਾਹਰਲਾ ਉਹ ਠੀਕ ਹੈ। ਕਰਾਊਨ ਨੂੰ ਕੋਰੋਨਲ ਕਹਿੰਦੇ ਆ। ਇਹ ਬੇਸਿਕ ਟਰਮ ਨੇ, ਇਹਨਾਂ ਨੂੰ ਯਾਦ ਕਰ ਲੈ, ਯਾਦ ਰੱਖ ਇਹਨਾਂ ਨੂੰ। ਤੈਨੂੰ ਬੁੱਕਸ ਨਹੀਂ ਪੜ੍ਹੀਆਂ ਜਾਣੀਆਂ ਤੇਰੇ ਤੋਂ। ਮੈਂ ਕਰੂੰਗਾ ਜੀ। ਉਹਨੂੰ ਐਨਾਟੋਮਿਕ ਟੁੱਥ ਤੇ ਕਲੀਨਿਕਲ ਟੁੱਥ ਕਹਿੰਦੇ ਆ। ਹਾਂ, ਆਈ ਰਿਮੈਂਬਰ। ਕਲੀਨਿਕਲ ਘੱਟ ਦਿਖਦਾ ਹੈ, ਐਨਾਟੋਮਿਕਲ ਵੱਡਾ ਹੁੰਦਾ ਹੈ। ਕਿਉਂ ਘੱਟ ਦਿਖਦਾ? ਉਹਦਾ ਕੀ ਮਤਲਬ ਹੈ ਕਲੀਨਿਕਲ ਟੁੱਥ ਦਾ? ਗਮ ਗੁੰਮ ਜਿਹੇ ਆ ਜਾਂਦੇ ਨੇ ਮਾੜੇ ਮੋਟੇ। ਹਾਂ, ਸਹੀ ਹੈ। ਵਾਹ 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 ਵਾਹ। ਦੱਸਣ ਨਹੀਂ ਹੈ। ਤਾਂ ਇਹ ਕਹਿੰਦਾ ਵੀ ਜਿਹੜੀ ਇਹ ਹੁੰਦੀ ਹੈ, ਇਹ ਰੂਟ ਪਲਪ ਚੈਂਬਰ ਹੀ ਵੱਡਾ ਹੁੰਦਾ ਹੈ। ਪਲਪ ਮਤਲਬ ਜਿਹੜਾ ਦੰਦ ਦਾ ਅੰਦਰਲਾ ਮਸਾਲਾ ਹੈ, ਲਾਲ ਮਸਾਲਾ, ਖੂਨ ਖਾਣ ਵਾਲਾ, ਖੂਨ ਖਰਾਬੇ ਵਾਲਾ ਕੰਮ ਹੈ ਜਿਹੜਾ ਉੱਪਰ ਕਰਾਊਨ ਕਰੂਨ ਆ, ਉਹ 'ਚ ਕੋਈ ਦਿੱਕਤ ਨਹੀਂ ਆਉਂਦੀ। ਤਾਂ ਕਰਕੇ ਜੇ ਕਰਾਊਨ 'ਚ ਕੋਈ ਕੈਵਿਟੀ ਹੋ ਜੇ ਤਾਂ ਉਹਨੂੰ ਆਸਾਨੀ ਨਾਲ ਨੋਰਮਲੀ ਭਰਿਆ ਜਾਂਦਾ ਹੈ। ਕੋਰੋਨਲ ਐਕਸਟੈਂਸ਼ਨ ਆਫ ਦ ਪਲਪ ਇਜ਼ ਨੋਟ ਸੀਨ। Therefore, the process does not interfere with the routine restorative procedure। कोई भी GIC अमलगम कोई भी मसाला भरना भर लो। Some investigator have suggested, कई investigator मतलब उन्होंने suggest किया that टोरोडोंटिक shape may exhibit decreased stability and strength as an abutment tooth in prosthetic procedure due to decreased root ਬਟਮੈਂਟ ਦਾ ਕੋਈ ਐਬਸੈਂਟ ਹੋਊਗਾ। ਮਿੰਟ ਤਾਂ ਮੂਵਮੈਂਟ ਹੋਊਗੀ। ਬੱਟ ਕੋਈ ਸ਼ਬਦ ਹੈ? ਅਬਟਮੈਂਟ ਉੱਥੋਂ ਹੁੰਦਾ ਹੈ, ਮੰਨ ਲਾ ਤੂੰ ਰਿਮੂਵੇਬਲ ਪ੍ਰੋਸਥੀਸਿਸ ਦੇਣੀ ਹੈ, RPD ਦੇਣੀ ਹੈ, ਠੀਕ ਹੈ, ਜਿਹੜੇ ਦੰਦਾਂ ਦੇ ਸਹਾਰੇ ਤੇਰੀ RPD ਖੜੂਗੀ। ਅੱਛਾ, ਉਹੀ ਕਮਜ਼ੋਰ ਨੇ। ਦੰਦ ਨੂੰ ਅਬਟਮੈਂਟ ਟੂਥ ਕਹਿੰਦੇ ਆ। ਇਹ ਅਬਟਮੈਂਟ ਸਿਰਫ RPD ਲਈ ਯੂਜ਼ ਹੁੰਦਾ ਕਿ ਬ੍ਰਿਜ ਵਾਸਤੇ ਵੀ? ਬ੍ਰਿਜ ਵਾਸਤੇ ਵੀ ਯੂਜ਼ ਹੁੰਦਾ।
ਠੀਕ ਹੈ ਅਬਟਮੈਂਟ ਉਦੋਂ ਤੋਂ ਪ੍ਰਿਪਰੇਸ਼ਨ ਕਰਦਾ, ਜਿਹੜੀ ਮੈਂ ਹੁਣ ਤੱਕ ਪ੍ਰਿਪਰੇਸ਼ਨ ਪੜ੍ਹ ਰਿਹਾ ਸੀ, ਉਹ ਅਬਟਮੈਂਟ ਦੀ ਪ੍ਰਿਪਰੇਸ਼ਨ ਹੁੰਦੀ ਹੈ, ਫਿਰ ਉਹਦੇ ਉੱਤੇ ਕਰਾਉਣ ਲੱਗ ਜਾਂਦਾ। ਠੀਕ ਹੈ। ਅਬਟਮੈਂਟ ਬਈ ਮਤਲਬ ਹੁੰਦਾ ਹੈ ਵੀ ਸਹਾਰੇ ਵਾਲੇ ਦੰਦ, ਜਿਹਦੇ ਸਾਰੇ ਦੇ ਦੰਦ ਜਿਹੜਾ ਤੇਰਾ ਪ੍ਰੋਸਥੈਸਿਸ ਤੇ ਖੜੂਗੀ, ਵੀ ਜਿਨ੍ਹਾਂ ਤੇ ਸੀਡੀ 'ਚ ਅਬਟਮੈਂਟ ਉੱਥੇ ਕਿਹੜੇ ਹੁੰਦੇ ਹੁਣ ਹੀ ਨਹੀਂ, ਉਹ ਤਾਂ ਕੰਪਲੀਟ ਡੈਂਚਰ ਹੈ, ਸਾਰੀ ਕੱਢ ਦੋ, ਬੋੜਾ ਕਰ ਦੋ। ਤੇ ਉੱਥੇ ਅਬਟਮੈਂਟ ਨਹੀਂ ਵਾਲੀ ਯੂਜ਼ ਕਰਨੀ। ਹਾਂ ਠੀਕ ਹੈ ਜੀ। ਇੰਨਾ ਤਾਂ ਤੁਹਾਨੂੰ ਪਤਾ ਹੈ। ਥੱਲੇ ਆ ਜਾ ਹੁਣ, ਚੜ੍ਹਦੇ ਝਾੜ ਕੇ ਨਹੀਂ ਚੜ੍ਹਨਾ। ਤੇ ਇਹ 'ਚ ਕਹਿੰਦਾ ਵੀ ਹੁਣ ਠੀਕ ਹੈ ਨਾ ਬਈ, ਜੇ ਪੇੜ ਦੀਆਂ ਜੜ੍ਹਾਂ ਹੀ ਕਮਜ਼ੋਰ ਹੋ ਜਾਣਗੀਆਂ, ਰੂਟਸ ਤੇ ਇਹਦੀਆਂ ਜਮ੍ਹਾਂ ਏਪੈਕਸ ਤੇ ਪਹੁੰਚ ਗਈਆਂ, ਜੜ੍ਹਾਂ ਹੀ ਕਮਜ਼ੋਰ ਹੋ ਗਈਆਂ, ਫਿਰ ਤਣਾ ਕਿੱਥੋਂ ਖੜ ਜੂ? ਰੂਟਸ ਤਾਂ ਜਮ੍ਹਾਂ ਏਪੈਕਸ ਤੇ ਪਹੁੰਚ ਕੇ ਬਾਈਫਰਕੇਸ਼ਨ ਹੋ ਗਈ, ਸਾਰਾ ਪਲਪ ਚੈਂਬਰ ਵੱਡਾ ਹੋ ਗਿਆ, ਤਾਂ ਹੁਣ ਸਟਰੈਂਥ ਹੀ ਨਹੀਂ ਰਹੀ। ਪੇੜ ਜਿੰਨਾ ਉੱਪਰ ਹੁੰਦਾ ਹੈ ਓਨਾ ਹੀ ਥੱਲੇ ਉਹਨੂੰ ਫੈਲਿਆ ਹੁੰਦਾ, ਐਂ ਫੈਲਿਆ ਹੁੰਦਾ, ਐਂ ਲੰਬਾ ਘੱਟ ਫੈਲਿਆ ਹੁੰਦਾ, ਚੌੜਾ ਵੱਧ ਫੈਲਿਆ ਹੁੰਦਾ, ਵੀ ਜੇ ਐਂ ਨੂੰ ਹਵਾ ਆਵੇ ਤਾਂ ਉਹਨੂੰ ਉੱਧਰਲੇ ਧਾਗੇ ਸੰਭਾਲ ਲੈਣ, ਤੇ ਇਹ 'ਚੋਂ ਚੱਕਰ ਪੈ ਜੂਗਾ, ਤਾਂ ਕਰਕੇ ਕਮਜ਼ੋਰ ਹੋ ਜੂ। ਤੇ ਕਿਉਂ ਹੋ ਜੂਗਾ ਕਮਜ਼ੋਰ? ਕਿਉਂਕਿ ਇਸ ਰੂਟ ਦਾ ਸਰਫੇਸ ਏਰੀਆ ਘੱਟ ਗਿਆ। ਪਹਿਲਾਂ ਤਾਂ ਇਹਦਾ ਸਰਫੇਸ ਏਰੀਆ ਬਹੁਤ ਜ਼ਿਆਦਾ ਸੀਗਾ, ਹੁਣ ਤਾਂ ਜਮਾ ਥੱਲੇ ਪਹੁੰਚ ਗਿਆ। ਬਟ ਦਿਸ ਹਾਈਪੋਥੀਸਿਸ ਹੈਜ਼ ਨੋਟ ਬੀਨ ਵੈਰੀਫਾਈਡ। ਪਰ ਇਹ ਹਾਈਪੋਥੀਸਿਸ 'ਤੇ ਪੱਕੀ ਮੋਹਰ ਨਹੀਂ ਲੱਗੀ, ਇਹ ਸਿਰਫ ਇੱਕ ਹਾਈਪੋਥੀਸਿਸ ਹੈ, ਇੱਕ ਵਿਚਾਰ ਹੈ। ਇਫ ਐਂਡੋਡੋਂਟਿਕ ਥੈਰੇਪੀ ਇਜ਼ ਰਿਕੁਆਇਰਡ, ਐਂਡੋ ਮਤਲਬ ਦੰਦ ਦੇ ਅੰਦਰ, ਮਤਲਬ ਮਸਾਲਾ ਭਰਨ ਵਾਲੀ ਥੈਰੇਪੀ ਜੇ ਆਪਾਂ ਦਿੰਦੇ ਹਾਂ, ਦੈਨ ਦ ਸ਼ੇਪ ਆਫ ਦ ਪਲਪ ਚੈਂਬਰ ਫਰੀਕੁਐਂਟਲੀ ਇਨਕਰੀਜ਼ਿਜ਼, ਵੀ ਪਲਪ ਚੈਂਬਰ ਦੀ ਜਿਹੜੀ ਸ਼ੇਪ ਹੈ ਉਹ ਵਧੂਗੀ। The difficulty of locating increases the difficulty of locating, instrumenting and obturating the pulp canal. If endodontic therapy is required, ਵੀ ਮੰਨ ਲਓ ਉਹਦੇ ਕੋਈ ਐਂਡੋਡੋਂਟਿਕ ਮਤਲਬ ਵੀ ਪਲਪ ਐਕਸਪੋਜ਼ ਹੋ ਗਿਆ ਜਾਂ ਪਲਪ ਤੱਕ RCT ਕਰਨੀ ਆ ਉਹਦੀ, ਤਾਂ RCT ਕਰਨ ਤੋਂ ਬਾਅਦ ਤੱਕ RCT ਕਰਨੀ, ਮਤਲਬ ਵੀ ਪਲਪ ਨੂੰ ਹੀ ਕੱਢਣਾ RCT ਕਹਿੰਦੇ ਨੇ, ਰੂਟ ਕਨਾਲ ਥੈਰੇਪੀ। ਠੀਕ ਹੈ ਜੀ। ਮੰਨ ਲਓ ਵੀ ਆਪਾਂ ਉਹਦੇ RCT ਕਰਨੀ ਹੈ, ਪਲਪ ਕੱਢ ਕੇ RCT ਕਰਕੇ ਟੁੱਥ ਵਾਈਟਲ ਹੋ ਜਾਂਦਾ ਕਿ ਨਾਨ ਵਾਈਟਲ ਹੋ ਜਾਂਦਾ? ਨੌਨ ਵਾਈਟਲ ਡੈਡ। ਪਲਪ ਹੀ ਤਾਂ ਜਾਨ ਹੈ ਜੀ, ਉਹੀ ਆਪਾਂ ਮਾਰਤਾ। ਠੀਕ ਹੈ, ਕਾਹਦੇ ਵਾਸਤੇ ਕੱਢਦੇ ਆ ਆਪਾਂ ਪਲਪ? ਉਹ ਜਦ ਤੱਕ ਐਕਸਪੋਜ਼ ਹੋ ਜਾਂਦਾ ਹੈ, ਅੱਛਾ, ਜਾਂ ਕੋਈ ਇਨਫੈਕਸ਼ਨ ਪਹੁੰਚ ਗਈ, ਉਹ ਵੀ ਤਾਂ ਪਹੁੰਚੂ ਜੇ ਐਕਸਪੋਜ਼ ਹੋ ਗਿਆ, ਉਹ ਤਾਂ ਹੋਊਗਾ ਕਿ ਆਪਾਂ ਨੂੰ ਹਰ ਪੇਸ਼ੈਂਟ 'ਤੇ RCT ਕਰਨ ਦੀ ਲੋੜ ਹੈਗੀ ਹੈ ਜਿਹੜਾ ਨਾ ਜੀ ਨਾ। ਰੈਸਟੋਰੇਸ਼ਨ ਕਰਵਾਉਣਾ ਹੈ? ਜੇ ਤਾਂ ਪਲਪ ਐਕਸਪੋਜ਼ ਨਹੀਂ ਹੋਇਆ, ਇਨੈਮਲ ਡੈਂਟਿੰਗ ਤੱਕ ਹੈ, ਫਿਰ ਤਾਂ ਮਸਾਲਾ ਭਰ ਦਿਓ। ਚੱਲ ਇੱਕ ਤੈਨੂੰ ਕੇਸ ਦਿੱਤਾ ਕਿ ਤੂੰ ਕੈਵਿਟੀ ਉਹਦੇ ਇੰਨੀ ਜ਼ਿਆਦਾ ਡੀਪ ਕਰਤੀ ਹੈ, ਤੂੰ ਡੀਪ ਹੋ ਗਈ ਹੈ ਕਿਉਂਕਿ ਉਹਦੀ ਕੇਰੀਜ਼ ਨੀਚੇ ਤੱਕ ਸੀਗੀਆਂ, ਤੇਰਾ 1.5 mm ਦਾ ਨੀਚੇ ਸਪੇਸ ਬਚੀ ਹੈ ਟਿਲ ਪਲਪ ਤੱਕ। ਹਾਂ, ਡੈਂਟੀਨ ਤੋਂ ਪਲਪ ਚੈਂਬਰ ਤੱਕ 1.5 ਬਣੀ ਹੈ, 1.5 mm ਪਈ ਹੈ। ਹਾਂ, ਤਾਂ ਤੂੰ ਉਹਦੀ RCT ਕਰਾਂਗੇ ਜਾਂ ਨਹੀਂ ਕਰਾਂਗੇ? ਨਹੀਂ ਕਰਾਂਗੇ। ਜਦੋਂ ਤੱਕ ਖੁੱਲਿਆ ਨਹੀਂ ਆਪਾਂ ਨੂੰ, ਉਹ ਤੱਕ ਬਚਾ ਲਓ। ਜਦੋਂ ਖੁੱਲ੍ਹ ਗਿਆ ਫਿਰ ਉਹਦਾ ਟ੍ਰੀਟਮੈਂਟ ਕੀ ਕਰਾਂਗੇ? ਟ੍ਰੀਟਮੈਂਟ ਆਪਾਂ ਉਹਦੇ ਲਾਵਾਂਗੇ ਉਹ ਲਾਈਨਰ ਬੇਸਿਸ ਵਾਰਨਿਸ਼ਰ ਲਾ ਕੇ, ਵੀ ਕਰੰਟ ਨਾ ਜਾਵੇ, ਫਿਰ ਬਸ ਕੈਵਿਟੀ ਕੁਵਿਟੀ ਟੁੱਥ ਪਰ ਇੰਪੋਰਟੈਂਟ ਚੀਜ਼ ਲੱਗੂਗੀ ਉੱਥੇ ਕੀ ਲੱਗੂ ਉੱਥੇ? 1.5 mm ਰਹਿ ਗਏ, ਮਤਲਬ ਖਤਰੇ ਦੀ ਘੰਟੀ ਹੈ, ਤਾਂ ਉੱਥੇ ਬਸ ਕੋਈ ਪ੍ਰੋਟੈਕਟਿਵ ਏਜੰਟ ਲਗਾ ਦਾਂਗੇ। ਕੀ ਲੱਗੂ? ਲਾਈਨਰ ਬੇਸਿਸ ਨੂੰ ਸਾਰਾ ਨੂੰ ਭੁੱਲ ਜਾ, ਇਹਨਾਂ ਤੋਂ ਮੈਨੂੰ ਕੁਝ ਨਹੀਂ ਪਤਾ ਕੀ ਹੁੰਦੇ ਨੇ ਉਹ। ਕੈਲਸ਼ੀਅਮ ਹਾਈਡਰੋਕਸਾਈਡ ਲਾਏਗਾ ਤਾਂ ਜੋ ਤੇਰੀ ਟਰਸ਼ਰੀ ਡੈਂਟਿੰਗ ਫਾਰਮੇਸ਼ਨ ਹੋ ਜਾਏ। ਅੱਛਾ, ਮਤਲਬ ਫਿਰ ਤੋਂ ਡੈਂਟਿਨ ਟਰਸ਼ਰੀ ਕਿਉਂ? ਸੈਕੰਡਰੀ ਡੈਂਟਿਨ ਕਦੋਂ ਬਣਿਆ? ਸੈਕੰਡਰੀ ਡੈਂਟ ਪ੍ਰਾਇਮਰੀ ਸੈਕੰਡਰੀ ਤਾਂ ਡਿਵੈਲਪਮੈਂਟ ਦੇ ਵਿੱਚ ਹੀ ਬਣ ਜਾਂਦਾ ਹੈ। ਅੱਛਾ ਜਿਹੜੀ ਸਕਲੈਰੋਟਿਕ ਡੈਂਟਿਨ ਕਹਿੰਦੇ ਆ, ਜਿਹਨੂੰ ਆਪਾਂ ਟਰਸ਼ਰੀ ਡੈਂਟਿਨ, ਉਹਦੀ ਫਾਰਮੇਸ਼ਨ ਹੁੰਦੀ ਹੈ। ਅੱਛਾ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਡੈਂਟਿਨ ਕੋਲ, ਤਾਂ ਆਪਣੇ ਆਪ ਨੂੰ ਰੀਜਨਰੇਟ ਕਰ ਲੈਂਦੀ ਹੈ। ਫਿਰ ਇਹ ਆਪਾਂ ਹਰ ਇੱਕ 'ਚ ਹੀ ਕਰ ਦੋ। ਕੀ ਹਰ ਇੱਕ 'ਚ ਕਰ? ਮੰਨ ਲਓ ਮੇਰਾ ਇਨੈਮਲ ਟੁੱਟ ਗਿਆ ਤੇ ਡੈਂਟਿਨ ਅੱਧ ਤੱਕ ਕੈਰੀਜ਼ ਪਹੁੰਚ ਗਈ, ਮੇਰੇ ਅੱਧੇ ਇਨੈਮਲ ਨੂੰ ਤਾਂ ਖੋਲ੍ਹਣਾ ਹੀ ਪਊਗਾ, ਖੁੱਲ੍ਹੀ ਆ, ਕੈਰੀਜ਼ ਪਹੁੰਚ ਗਈ, ਤਾਂ ਉਹਨੂੰ ਚੌੜਾ ਜਿਹਾ ਕਰਕੇ ਡੈਂਟਿਨ ਅੱਧੇ ਤੱਕ ਹੀ ਪਹੁੰਚ ਕੇ ਅੱਧੇ ਡੈਂਟਿਨ 'ਚੋਂ ਕੈਰੀਜ਼ ਕੱਢੋ, ਅਤੇ ਫਿਰ ਭਰ ਕੇ ਕੈਲਸ਼ੀਅਮ ਹਾਈਡਰੋਕਸਾਈਡ ਅੱਧੇ ਕੁ ਡੈਂਟਿਨ ਦੀ ਵੀ ਇਹ ਸਪੇਸ ਲੈ ਲਈ, ਇੱਥੇ ਫਿਰ ਤੋਂ ਡੈਂਟਿਨ ਬਣ ਜੂ। ਅੱਛਾ, ਤੇ ਤੇਰਾ ਮੈਸਟੀਕੇਟਰ ਜਿਹੜਾ, ਅੱਛਾ ਪੇਸ਼ੈਂਟ ਨੂੰ ਹੁਣ ਤੂੰ ਕਹੇਂਗਾ ਵੀ ਭਾਈ ਤੂੰ ਮਹੀਨਾ ਰੋਟੀ ਨਾ ਖਾ,
ਮੈਸਟੀਗੇਟਰੀ ਫੋਰਸਿਸ ਤਾਂ ਐਕਟ ਕਰਨ ਨਹੀਂ ਆਈ, ਉਹਨੂੰ ਰੈਸਟੋਰੇਸ਼ਨ ਹੀ ਚੰਗੀ ਤਰ੍ਹਾਂ ਨਹੀਂ ਕੀਤੀ ਹੈਗੀ, ਤੂੰ ਉਹ ਕਿੱਥੋਂ ਰੋਟਾ ਖਾ ਲਊਗਾ। ਫਿਰ ਆਹ ਪੇਸ਼ੈਂਟ 'ਚ ਨਹੀਂ ਮੈਸਟੀਕੇਸ਼ਨ ਹੋਣੀ। ਮੈਸਟੀਗੇਸ਼ਨ ਹੋਊਗੀ, ਕੈਲਸ਼ੀਅਮ ਹਾਈਡਰੋਕਸਾਈਡ ਲਾ ਕੇ ਉੱਪਰ ਅਮੈਲਗਮ ਭਰ ਦੇਣਾ। ਫਿਰ ਮੈਂ ਉਹੀ ਕਹਿੰਦਾ ਵੀ ਕੈਲਸ਼ੀਅਮ ਹਾਈਡਰੋਕਸਾਈਡ ਆਪਾਂ ਹਰ ਇੱਕ ਕੇਸ 'ਚ ਭਰ ਦੋ, ਹਰ ਇੱਕ 'ਚ ਹੀ ਮਾੜਾ ਮਾੜਾ ਡੈਂਟਿਨ ਬਣ ਜੂ, ਵਧੀਆ ਗੱਲ ਹੈ। ਤੇ ਫਿਰ ਇਹ ਜਿਹੜਾ ਤੇਰੇ ਲਾਈਨਰ ਬੇਸਿਕ ਲਾਈਨਰ ਹੁੰਦੇ, ਵਾਰਨਿਸ਼ਸ ਹੁੰਦੇ, ਉਹ ਕੈਲਸ਼ੀਅਮ ਹਾਈਡਰੋਕਸਾਈਡ ਹੀ ਤਾਂ ਹੁੰਦਾ। ਅੱਛਾ ਫਿਰ ਕਹਾਣੀ ਤਾਂ ਉੱਥੇ ਆ ਗਈ ਘੁੰਮ ਕੇ ਜੀ। ਮੈਂ ਤਾਂ ਤੈਨੂੰ ਲਿਆਉਣਾ ਸੀ, ਮੈਂ ਸਮਝਾ ਲਿਆ ਤੇ ਥੋੜੀ ਜਿਹੀ ਮਤਲਬ ਹਰ ਇੱਕ ਕੇਸ 'ਚ ਆਪਾਂ ਉਹ ਲਾ ਦੋ ਵੀ ਜਿਹੜਾ ਅੱਗੇ ਜਾਣ ਤੋਂ ਰੋਕ ਕੇ ਤੇ ਉੱਥੇ ਮੜੀ ਤਰੱਕੀ ਕਰਾਵੇ। ਲਾਈਨਰ ਬੇਸਿਸ ਦਾ ਕੰਮ ਹੀ ਉਦੋਂ ਹੁੰਦਾ ਜਦੋਂ ਕੈਵਿਟੀ ਡੀਪ ਹੋ ਜਾਂਦੀ ਹੈ। ਲਾਈਨਰ ਬੇਸ ਤਾਂ ਹੋਣੀ ਜਿਹੜੇ ਕਰੰਟ ਕਰੰਟ ਨੂੰ ਜਾਣ ਤੋਂ ਰੋਕਦੇ ਨੇ, ਥਰਮਲ ਨੂੰ, ਇਲੈਕਟ੍ਰਿਕ ਨੂੰ, ਉਹੀ ਹੋ ਗਿਆ। ਉਹ ਫਿਰ ਤੋਂ ਵੀ ਬਣਾ ਦਿੰਦੇ ਨੇ, ਹੈਂ ਉਹ ਫਿਰ ਤੋਂ ਵੀ ਡੈਂਟਿਨ ਬਣਾ ਦਿੰਦੇ ਨੇ ਟਰਸ਼ਰੀ। ਅੱਛਾ ਜੀ। ਫਿਰ ਕੁਝ ਸਟਰਕਚਰ ਜਿਹੜੇ ਇਹਨਾਂ ਆਪਣਾ ਹੁੰਦਾ, ਉਹਦਾ ਬੇਸਿਕ ਸਟਰਕਚਰ ਕੀ ਹੁੰਦਾ? ਕੈਲਸ਼ੀਅਮ ਹਾਈਡਰੋ ਪਤਾ ਨਹੀਂ ਕਿਹੜੇ ਐਪੇਟਾਈਟ ਕ੍ਰਿਸਟਲ। ਹਾਂ ਉਹ ਕੈਲਸ਼ੀਅਮ ਦੇ ਹੀ ਬਣੇ ਹੁੰਦੇ ਨੇ। ਹਾਂ ਜੀ, ਹਾਂ। ਤੇ ਕੈਲਸ਼ੀਅਮ ਹਾਈਡਰੋਕਸਾਈਡ ਦੇਂਦਾ ਤਾਂ ਕੈਲਸ਼ੀਅਮ ਨੂੰ ਤੂੰ ਹੋਰ ਦੇ ਰਿਹਾ ਉਹਨਾਂ ਨੂੰ। ਠੀਕ ਹੈ। ਬਾਕੀ ਤਾਂ ਫਲੋਰਾਈਡ ਦੇਂਗਾ ਨਾਲ। ਹਾਂ ਫਲੋਰਾਈਡ ਉਹ ਕਰਵਾ ਦੂ ਸੈਕੰਡਰੀ ਸੈਕੰਡਰੀ ਨੂੰ ਸਟਰੈਂਥ ਸ਼ੁੱਧ ਦੂ। ਹਾਈਪੋਕਸੀ ਹਾਈਡਰੋਕਸਾਈਡ ਐਪੇਟਾਈਟ ਜਿਹੜੇ ਕ੍ਰਿਸਟਲਸ ਹੁੰਦੇ ਆ, ਉੱਥੇ ਉਹ ਕੈਲਸ਼ੀਅਮ ਨੂੰ ਕੱਢ ਕੇ ਉਹ ਖੁਦ ਜੁੜ ਜਾਂਦਾ। ਹਾਂ ਉਹਦੀ ਜ਼ਿਆਦਾ ਮਤਲਬ ਰੈਜ਼ਿਸਟੈਂਸ ਉਹਦੀ ਜ਼ਿਆਦਾ ਹੈ। ਤਾਂ ਹੀ ਕਈਆਂ ਨੂੰ ਹਾਈ ਫਲੋਰਾਈਡ ਟੂਥਪੇਸਟ ਦਿੱਤਾ ਜਾਂਦਾ ਹੈ। ਫਲੋਰੀਨ ਦਾ ਫਾਇਦਾ ਵੀ ਕੁੱਲ ਮਿਲਾ ਕੇ। ਮੈਨੂੰ ਵੀ ਜ਼ਰੂਰਤ ਹੈ। ਥੋੜੇ ਦੰਦ ਕਮਜ਼ੋਰ ਤਾਰਾਂ ਕਰਕੇ ਕਮਜ਼ੋਰ ਹੋ ਗਏ ਵੀ। ਕਮਜ਼ੋਰ ਹੋ ਰਹੇ ਨੇ ਕਿਉਂਕਿ ਮੇਰੇ ਵਾਈਟ ਸਪੌਟ ਲੀਜਨਸ ਆ ਗਏ ਨੇ। ਇਹਦੇ ਨਾਲ ਥੋੜੇ ਸੰਦੇ ਪਹਿਲਾ ਦੰਦ ਠੀਕ ਸੀ। ਅਸਾਂ ਤੂੰ ਸੰਦੇ ਇੰਸਟਾ ਤੇ ਕੱਲ ਫੋਟੋ ਦੇਖੀ, ਮੰਨੇ ਦੰਦ ਬਾਹਰ ਨੂੰ ਆਉਂਦਾ ਪਰ ਨੈਚੁਰਲ ਹੈ। ਇਹ ਦੰਦ ਕਮਜ਼ੋਰ ਕਰਾ ਕੇ ਮਨ ਤੇ ਆਪਣਾ ਥੋੜਾ ਜਿਹਾ ਰਹਿ ਗਿਆ ਗਾਈ, ਜੇ ਆਪਾਂ ਕਵਰ ਕਰੀਏ ਛੇਤੀ ਕਰ ਮਿੰਟ 2 ਹੀ ਲੱਗਣਗੇ। ਸਾਡੇ ਕੋਲ ਤੁਸੀਂ ਉੱਠਣਾ, ਮੈਂ ਵੀ ਉੱਠਣਾ।